गुड मॉर्निंग स्टूडेंट्स। नेक्स्ट टॉपिक इज़ लीडरशिप। बच्चे लीडरशिप क्या ਹੁੰਦਾ ਹੈਗਾ? ਲੀਡਰਸ਼ਿਪ ਇੱਕ ਪ੍ਰੋਸੈਸ ਹੈਗਾ ਜਿਸ ਦੇ ਵਿੱਚ ਇੱਕ ਲੀਡਰ ਜਾਂ ਮੈਨੇਜਰ ਆਪਣੇ ਸਬੋਰਡੀਨੇਟਸ ਨੂੰ ਜਾਂ ਫੋਲੋਅਰਸ ਨੂੰ ਇਨਫਲੂਐਂਸ ਕਰਦਾ ਹੈਗਾ ਤਾਂ ਜੋ ਉਹ ਐਂਥੂਜ਼ੀਆਜ਼ਮ ਜਾਂ ਕੌਨਫੀਡੈਂਸ ਨਾਲ ਕੰਮ ਕਰਨ, ਠੀਕ ਹੈ, ਅਤੇ ਸਬੋਰਡੀਨੇਟਸ ਦੀ ਫੁੱਲ ਕੈਪੈਸਿਟੀ ਜਿਹੜੀ ਹੈਗੀ ਹੈ ਉਹਨੂੰ ਯੂਟੀਲਾਈਜ਼ ਕਰਕੇ ਆਰਗੇਨਾਈਜੇਸ਼ਨ ਆਬਜੈਕਟਿਵ ਨੂੰ ਅਚੀਵ ਕੀਤਾ ਜਾ ਸਕੇ, ਠੀਕ ਹੈ। ਲੀਡਰਸ਼ਿਪ ਕੀ ਹੁੰਦਾ ਬੱਚੇ? ਇਹ ਇੱਕ ਪ੍ਰੋਸੈਸ ਹੈਗਾ ਹੈ ਜਿਸ ਦੇ ਵਿੱਚ ਇੱਕ ਲੀਡਰ ਜਾਂ ਮੈਨੇਜਰ ਆਪਣੇ ਸਬੋਰਡੀਨੇਟਸ ਨੂੰ ਜਾਂ ਫੋਲੋਅਰਸ ਨੂੰ ਇਨਫਲੂਐਂਸ ਕਰਦਾ ਹੈਗਾ ਤਾਂ ਜੋ ਉਹ ਆਪਣਾ ਜਿਹੜਾ ਕੰਮ ਹੈਗਾ ਐਂਥੂਸੀਆਜ਼ਮ ਜਾਂ ਕੌਨਫੀਡੈਂਸ ਨਾਲ ਕਰ ਸਕਣ, ਠੀਕ ਹੈ। ਅਤੇ ਸਬੋਰਡੀਨੇਟਸ ਦੀ ਫੁੱਲ ਕੈਪੈਸਿਟੀ ਜਿਹੜੀ ਹੈਗੀ ਆ ਉਹਨੂੰ ਯੂਟੀਲਾਈਜ਼ ਕਰਕੇ ਆਰਗੇਨਾਈਜੇਸ਼ਨਲ ਆਬਜੈਕਟਿਵ ਨੂੰ ਅਚੀਵ ਕਰਿਆ ਜਾ ਸਕੇ, ਠੀਕ ਹੈ। ਅੱਗੇ ਬੱਚੇ ਹੈਗਾ ਤੁਹਾਡੇ ਕੋਲ ਫੀਚਰਸ ਆਫ ਲੀਡਰਸ਼ਿਪ। ਫਰਸਟ ਪੁਆਇੰਟ ਹੈਗਾ ਇਨਫਲੂਐਂਸਿੰਗ ਪ੍ਰੋਸੈਸ। ਇਨਫਲੂਐਂਸਿੰਗ ਪ੍ਰੋਸੈਸ, ਲੀਡਰਸ਼ਿਪ ਹਮੇਸ਼ਾ ਇੱਕ ਇਨਫਲੂਐਂਸਿੰਗ ਪ੍ਰੋਸੈਸ ਹੈਗਾ, ਠੀਕ ਹੈ। ਮੀਨਸ ਦੂਸਰਿਆਂ ਨੂੰ ਆਪਣੀ ਇਨਫਲੂਐਂਸ ਵਿੱਚ ਲੈ ਕੇ ਆਉਣਾ। ਇੱਕ ਲੀਡਰ ਇਸ ਤਰ੍ਹਾਂ ਬਿਹੇਵ ਕਰਦਾ ਹੈਗਾ ਕਿ ਦੂਸਰੇ ਆਪਣੇ ਆਪ ਉਸਦੇ ਇਨਫਲੂਐਂਸ ਵਿੱਚ ਆ ਜਾਣ, ਠੀਕ ਹੈ। ਵਿੱਚ ਫਿਰ ਕੀ ਕਰਦਾ, ਇੰਪਲੋਈਜ਼ ਆਪਣੇ ਲੀਡਰਸ ਅਕੋਰਡਿੰਗ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੈਗੇ। ਤਾਂ ਇੱਕ ਕਿਆ ਫਸਟ ਪੁਆਇੰਟ ਕਿਆ ਹੈਗਾ, ਲੀਡਰਸ਼ਿਪ ਕਿਹਦਾ ਕੰਮ ਕਰਦਾ ਹੈਗਾ, ਦਾ ਫੀਚਰ ਕਿਆ ਹੈ, ਇਨਫਲੂਐਂਸਿੰਗ ਪ੍ਰੋਸੈਸ ਹੈਗਾ, ਠੀਕ ਹੈ। ਇਹ ਇਨਫਲੂਐਂਸ ਕਰਦਾ ਹੈਗਾ ਲੋਕਾਂ ਨੂੰ। ਸੈਕਿੰਡ ਹੈਗਾ ਬਿਹੇਵੀਅਰ ਚੇਂਜਿੰਗ ਪ੍ਰੋਸੈਸ। ਬੱਚੇ ਲੀਡਰ ਇੱਕ ਪਾਵਰ ਹੈਗੀ ਹੈ ਜਿਸ ਦੇ ਨਾਲ ਫੋਲੋਅਰਸ ਦਾ ਬਿਹੇਵੀਅਰ ਚੇਂਜ ਕੀਤਾ ਜਾ ਸਕਦਾ ਹੈਗਾ, ਠੀਕ ਹੈ। ਜਿਸ ਮੈਨੇਜਰ ਕੋਲ ਲੀਡਰਸ਼ਿਪ ਕੁਆਲਿਟੀ ਹੁੰਦੀ ਹੈਗੀ ਹੈ ਉਹ ਆਪਣੇ ਸਬੋਰਡੀਨੇਟਸ ਤੋਂ ਵਧੀਆ ਕੰਮ ਪਰਫਾਰਮ ਕਰਵਾਉਂਦਾ ਹੈਗਾ, ਠੀਕ ਹੈ। ਤਾਂ ਕਰਕੇ ਇੱਕ ਹੈ ਬਿਹੇਵੀਅਰ ਚੇਂਜਿੰਗ ਪ੍ਰੋਸੈਸ ਹੈਗਾ। ਥਰਡ ਪੁਆਇੰਟ ਹੈ ਬੱਚੇ ਇੰਟਰਪਰਸਨਲ ਰਿਲੇਸ਼ਨ ਬਿਟਵੀਨ ਲੀਡਰ ਐਂਡ ਫੋਲੋਅਰਸ। ਲੀਡਰਸ਼ਿਪ ਵਿੱਚ ਸਭ ਤੋਂ ਜ਼ਰੂਰੀ ਉਸਦੇ ਫੋਲੋਅਰਸ ਦਾ ਹੋਣਾ ਹੈਗਾ, ਠੀਕ ਹੈ। ਕਿਉਂਕਿ ਜੇ ਫੋਲੋਅਰਸ ਹੀ ਨਹੀਂ ਹੋਣਗੇ ਜਾਂ ਫੋਲੋਅਰਸ ਤੋਂ ਬਿਨਾਂ ਲੀਡਰਸ਼ਿਪ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਠੀਕ ਹੈ। ਨਾ ਹੀ ਲੀਡਰਸ਼ਿਪ ਦੀ ਐਗਜ਼ਿਸਟੈਂਸ ਜਾਂ ਨਾ ਹੀ ਲੀਡਰਸ਼ਿਪ ਐਗਜ਼ਿਸਟੈਂਸ ਵਿੱਚ ਆਉਂਦੀ ਹੈਗੀ ਹੈ। ਇਸ ਲਈ ਮੀਨਿੰਗਫੁਲ ਲੀਡਰਸ਼ਿਪ ਹੋਣ ਲਈ ਫੋਲੋਅਰਸ ਅਤੇ ਲੀਡਰ ਦਾ ਇੰਟਰਪਰਸਨਲ ਰਿਲੇਸ਼ਨ ਹੋਣਾ ਕਿਆ ਹੈਗਾ, ਬਹੁਤ ਜ਼ਰੂਰੀ ਹੈਗਾ ਵਾ। ਨੈਕਸਟ ਪੁਆਇੰਟ ਹੈ ਬੱਚੇ ਅਚੀਵ ਕਾਮਨ ਗੋਲ। ਲੀਡਰਸ਼ਿਪ ਦਾ ਇੱਕ ਇੰਪੋਰਟੈਂਟ ਫੀਚਰ ਇਹ ਹੈਗਾ ਹੈ ਕਿ ਲੀਡਰ ਅਤੇ ਫੋਲੋਅਰਸ ਦਾ ਗੋਲ ਕਾਮਨ ਹੋਣਾ ਚਾਹੀਦਾ ਹੈਗਾ। ਇਸ ਦਾ ਮਤਲਬ ਬੱਚੇ ਕਿ ਇਹ ਹੈਗਾ ਹੈ ਕਿ ਲੀਡਰ ਦਾ ਗੋਲ ਆਰਗੇਨਾਈਜੇਸ਼ਨਲ ਆਬਜੈਕਟਿਵ ਦੇ ਨਾਲ ਨਾਲ ਇੰਡੀਵਿਜੂਅਲ ਆਬਜੈਕਟਿਵ ਨੂੰ ਪੂਰਾ ਕਰਨ ਦਾ ਵੀ ਹੋਣਾ ਚਾਹੀਦਾ ਵਾ, ਠੀਕ ਹੈ। ਨੈਕਸਟ ਹੈਗਾ ਬੱਚੇ ਕੰਟੀਨਿਊਸ ਪ੍ਰੋਸੈਸ। ਬੱਚੇ ਲੀਡਰਸ਼ਿਪ ਇੱਕ ਕੰਟੀਨਿਊਸ ਪ੍ਰੋਸੈਸ ਹੈਗਾ, ਮੀਨਸ ਇਸ ਦੀ ਕਿਸੇ ਪਰਟੀਕੂਲਰ ਓਕੇਜ਼ਨ 'ਤੇ ਲੋੜ ਨਹੀਂ ਪੈਂਦੀ ਹੁੰਦੀ, ਠੀਕ ਹੈ, ਬਲਕਿ ਹਰ ਟਾਈਮ ਹੀ ਇਸ ਦੀ ਲੋੜ ਪੈਂਦੀ ਹੈਗੀ ਹੈ। ਤਾਂ ਕਰਕੇ ਇਹ ਕਿਆ ਹੈਗਾ ਬੱਚੇ, ਕੰਟੀਨਿਊਸ ਪ੍ਰੋਸੈਸ ਹੈਗਾ। ਅੱਗੇ ਬੱਚੇ ਲੀਡਰਸ਼ਿਪ ਸਟਾਈਲਸ ਹੈਗੇ ਹੈ। ਹੁਣ ਲੀਡਰਸ਼ਿਪ ਸਟਾਈਲਸ ਡਿਫਰੈਂਟ ਟਾਈਪ ਦੇ ਹੈਗੇ ਹੈ। 3 ਟਾਈਪਸ ਆਫ ਸਟਾਈਲਸ ਹੈਗੇ ਹੈ ਅੱਗੇ, ਆਟੋਕ੍ਰੈਟਿਕ, ਡੈਮੋਕ੍ਰੈਟਿਕ ਜਾਂ ਫ੍ਰੀ ਲੀਡਰਸ਼ਿਪ, ਠੀਕ ਹੈ। ਫਰਸਟ ਹੈਗਾ ਬੱਚੇ ਤੁਹਾਡੇ ਕੋਲ ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ, ਠੀਕ ਹੈ। ਹੁਣ ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ ਕੀ ਕਹਿੰਦਾ ਵਾ? ਇਸ ਲੀਡਰਸ਼ਿਪ ਸਟਾਈਲ ਵਿੱਚ ਲੀਡਰ ਹਰ ਕੰਮ ਦੀ ਅਥਾਰਟੀ ਜਾਂ ਪਾਵਰ ਆਪਣੇ ਕੰਟਰੋਲ ਵਿੱਚ ਰੱਖਦਾ ਹੈਗਾ। ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ ਵਿੱਚ ਕਿਆ ਹੈਗਾ ਬੱਚੇ, ਇਸ ਵਿੱਚ ਕਿਆ ਹੈਗਾ, ਇਸ ਵਿੱਚ ਲੀਡਰ ਹਰ ਕੰਮ ਦੀ ਅਥਾਰਟੀ ਜਾਂ ਪਾਵਰ ਆਪਣੇ ਕੰਟਰੋਲ ਦੇ ਵਿੱਚ ਰੱਖਦਾ ਹੈਗਾ ਐਂਡ ਇੰਪਲੋਈਜ਼ ਨੂੰ ਜੋ ਕੰਮ ਉਹ ਲੀਡਰ ਦਿੰਦਾ ਹੈਗਾ ਉਹਨਾਂ ਇੰਪਲੋਈਜ਼ ਨੂੰ ਸੇਮ ਉਵੇਂ ਹੀ ਕੰਮ ਨੂੰ ਪਰਫਾਰਮ ਕਰਨਾ ਪੈਂਦਾ ਹੈਗਾ, ਠੀਕ ਹੈ। ਅਗਰ ਜੇ ਕੋਈ ਇੰਪਲੋਈ ਕੰਮ ਨੂੰ ਧਿਆਨ ਨਾਲ ਨਹੀਂ ਕਰਦਾ ਤਾਂ ਉਸਨੂੰ ਪਨਿਸ਼ ਕੀਤਾ ਜਾਂਦਾ ਹੈਗਾ, ਠੀਕ ਹੈ। ਇਸ ਸਟਾਈਲ ਵਿੱਚ ਲੀਡਰ ਅਥਾਰਟੀ ਨੂੰ ਡੈਲੀਗੇਟ ਨਹੀਂ ਕਰਦਾ, ਇਸ ਕਰਕੇ ਸਕਸੈਸ ਔਰ ਫੇਲੀਅਰ ਦੀ ਰਿਸਪੌਂਸਿਬਿਲਟੀ ਲੀਡਰ ਜਾਂ ਮੈਨੇਜਰ ਉੱਪਰ ਹੀ ਰਹਿੰਦੀ ਹੈਗੀ ਹੈ। ਆਟੋਕ੍ਰੈਟਿਕ ਦਾ ਬੱਚੇ ਇਹਦੇ ਵਿੱਚ ਹੈਗਾ ਹੈ ਕਿ ਇਹਦੇ ਵਿੱਚ ਜਿਹੜੀ ਸਾਰੀ ਕੰਟਰੋਲ ਦੀ ਪਾਵਰ ਹੈ ਉਹ ਲੀਡਰ ਦੇ ਹੱਥ ਵਿੱਚ ਹੋਏਗੀ, ਠੀਕ ਹੈ। ਅੱਗੇ ਬੱਚੇ ਫੀਚਰਸ ਕਿਆ ਹੈਗੇ, ਸੈਂਟਰਲਾਈਜ਼ਡ ਅਥਾਰਟੀ, ਠੀਕ ਹੈ। ਸੈਂਟਰਲਾਈਜ਼ਡ ਅਥਾਰਟੀ ਮੀਨਸ ਕਿ ਕੰਟਰੋਲ ਜਾਂ ਰਿਸਪੌਂਸਿਬਿਲਟੀ ਸਿਰਫ
ਇੱਕ ਹੀ ਪਰਸਨ ਕੋਲ ਹੋਏਗੀ। ਠੀਕ ਹੈ, ਮੀਨਸ ਇਹਦੇ ਵਿੱਚ ਕੀ ਹੈਗਾ, ਸੈਂਟਰਲਾਈਜ਼ਡ ਅਥਾਰਟੀ ਹੈਗੀ ਹੈ ਕਿ ਇਹਦੇ ਵਿੱਚ ਮੈਨੇਜਰ ਜਿਹੜਾ ਹੈਗਾ ਉਹ ਆਪਣੇ ਹੱਥ ਵਿੱਚ ਹੀ ਸਾਰੀ ਅਥਾਰਟੀ ਰੱਖਦਾ ਹੈਗਾ, ਉਹ ਡੈਲੀਗੇਟ ਨਹੀਂ ਕਰਦਾ। ਠੀਕ ਹੈ, ਅੱਗੇ ਬੱਚੇ ਸਿੰਗਲ ਮੈਨ ਡਿਸੀਜਨਸ। ਹੁਣ ਇਹਦੇ ਵਿੱਚ ਕੀ ਹੈਗਾ, ਇੱਕ ਦੇ ਕੋਲ ਹੀ ਕੰਟਰੋਲ ਹੈਗਾ, ਤਾਂ ਫਿਰ ਡਿਸੀਜਨ ਵੀ ਕੌਣ ਲਏਗਾ, ਇੱਕ ਹੀ ਪਰਸਨ ਲਏਗਾ, ਉਹ ਕੌਣ ਹੈਗਾ, ਮੈਨੇਜਰ ਹੈਗਾ। ਠੀਕ ਹੈ, ਤਾਂ ਕੋਈ ਹੋਰ ਪਰਸਨ ਇਨਵੋਲਵ ਨਹੀਂ ਹੁੰਦਾ, ਤਾਂ ਸਾਰਾ ਕੰਮ ਜਾਂ ਡਿਸੀਜਨ ਕੌਣ ਲੈਂਦਾ ਹੈਗਾ, ਮੈਨੇਜਰਸ ਲੈਂਦੇ ਹੈਗੇ। ਠੀਕ ਹੈ, ਨੈਕਸਟ ਪੁਆਇੰਟ ਹੈ ਰੋਂਗ ਬਿਲੀਫ ਰਿਗਾਰਡਿੰਗ ਇੰਪਲੋਈਜ਼। ਹੁਣ ਬੱਚੇ ਇਸ ਸਟਾਈਲ ਵਿੱਚ ਮੈਨੇਜਰ ਇਹ ਬਿਲੀਵ ਕਰਦਾ ਹੈਗਾ ਕਿ ਇੰਪਲੋਈਜ਼ ਕਦੇ ਵੀ ਪਿਆਰ ਨਾਲ ਮੋਟੀਵੇਟ ਹੋ ਕੇ ਕੰਮ ਨਹੀਂ ਕਰਦੇ। ਠੀਕ ਹੈ, ਕਿ ਇੰਪਲੋਈਜ਼ ਜਿਹੜੇ ਹੈਗੇ ਉਹ ਪਿਆਰ ਨਾਲ ਮੋਟੀਵੇਟ ਹੋ ਕੇ ਕੰਮ ਨਹੀਂ ਕਰਦੇ, ਇਹਨਾਂ ਨੂੰ ਸਟ੍ਰਿਕਟਲੀ ਕੰਟਰੋਲ ਕਰਨਾ ਪੈਂਦਾ ਹੈਗਾ। ਠੀਕ ਹੈ, ਇਸ ਕਰਕੇ ਮੈਨੇਜਰ ਜਿਹੜਾ ਸਾਰੀਆਂ ਪਾਵਰਸ ਕੀ ਕਰਦਾ ਹੈਗਾ, ਆਪਣੇ ਹੱਥ ਵਿੱਚ ਹੀ ਰੱਖਦਾ ਹੈਗਾ। ਨੈਕਸਟ ਹੈਗਾ ਬੱਚੇ ਓਨਲੀ ਡਾਊਨਵਰਡ ਕਮਿਊਨੀਕੇਸ਼ਨ। ਇਹਦੇ ਵਿੱਚ ਬੱਚੇ ਕੀ ਹੈਗਾ, ਇਹਦੇ ਵਿੱਚ ਇਸ ਵਿੱਚ ਕੀ ਹੈਗਾ, ਇਹਦੇ ਵਿੱਚ ਸਿਰਫ ਆਰਡਰਸ ਦਿੱਤੇ ਜਾਂਦੇ ਹੈਗੇ ਹੈ। ਠੀਕ ਹੈ, ਆਰਡਰਸ ਦਿੱਤੇ ਜਾਂਦੇ ਹੈਗੇ ਮੀਨਸ ਲੀਡਰ ਸਬੋਰਡੀਨੇਟ ਨੂੰ ਆਰਡਰ ਦਿੰਦਾ ਹੈਗਾ, ਮਤਲਬ ਡਾਊਨਵਰਡ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈਗੀ ਹੈ। ਸਬੋਰਡੀਨੇਟ ਸੁਪੀਰੀਅਰਸ ਨੂੰ ਸੁਜੈਸ਼ਨ ਜਾਂ ਆਪਣੇ ਵਿਊਜ਼ ਨਹੀਂ ਦੇ ਸਕਦੇ ਦਿੰਦੇ। ਠੀਕ ਹੈ, ਤਾਂ ਕਰਕੇ ਇਹ ਕੀ ਹੈਗਾ, ਕਮਿਊਨੀਕੇਸ਼ਨ ਸਿਰਫ ਡਾਊਨਵਰਡ ਫਲੋ ਕਰਦੀ ਹੈਗੀ ਹੈ। ਅੱਗੇ ਬੱਚੇ ਐਡਵਾਂਟੇਜਸ ਹੈਗੇ ਹੈ ਕੁਇਕ ਐਂਡ ਕਲੀਅਰ ਡਿਸੀਜਨ। ਠੀਕ ਹੈ, ਹੁਣ ਇਹਦੇ ਵਿੱਚ ਕੁਇਕ ਐਂਡ ਕਲੀਅਰ ਡਿਸੀਜਨਸ ਕਿੱਦਾਂ ਹੋਊਗਾ, ਕਿਉਂਕਿ ਅਥਾਰਟੀ ਲਾਈ ਕੀ ਕਰਦੀ ਹੈਗੀ, ਸਿਰਫ ਹੈਂਡ ਆਫ ਓਨਲੀ ਵਨ ਪਰਸਨ। ਇਹਦੇ ਵਿੱਚ ਕੀ ਹੈਗਾ ਬੱਚੇ, ਅਥਾਰਟੀ ਲਾਈਜ਼ ਇਨ ਦੀ ਹੈਂਡ ਆਫ ਓਨਲੀ ਵਨ ਪਰਸਨ, ਸੋ ਡਿਸੀਜਨ ਵੀ ਕੀ ਹੋਊਗਾ, ਕੁਇਕਲੀ ਲੈ ਹੋਊਗਾ ਅਤੇ ਕਲੀਅਰ ਹੋਊਗਾ। ਅੱਗੇ ਹੈਗੇ ਬੱਚੇ ਸੈਟਿਸਫੈਕਟਰੀ ਵਰਕ। ਠੀਕ ਹੈ, ਸੈਟਿਸਫੈਕਟਰੀ ਵਰਕ ਕਿਉਂ ਹੋਏਗਾ, ਕਿਉਂਕਿ ਇਸ ਦੇ ਵਿੱਚ ਸਟ੍ਰਿਕਟ ਕੰਟਰੋਲ ਹੁੰਦਾ ਹੈਗਾ। ਠੀਕ ਹੈ, ਇਸ ਨਾਲ ਵਰਕਰਸ ਦੀ ਪਰਫੋਰਮੈਂਸ ਕਿਆ ਹੁੰਦੀ ਹੈ ਬੱਚੇ, ਐਨਹਾਂਸ ਹੋ ਜਾਂਦੀ ਹੈਗੀ ਹੈ, ਅਤੇ ਕੰਮ ਦੀ ਕੁਆਲਿਟੀ ਕਿਆ ਹੋ ਜਾਂਦੀ ਹੈ, ਸੈਟਿਸਫੈਕਟਰੀ ਹੋ ਜਾਂਦੀ ਹੈਗੀ ਹੈ। ਠੀਕ ਹੈ, ਨੈਕਸਟ ਹੈਗਾ ਬੱਚੇ ਨੈਸੈਸਰੀ ਫॉर ਲੈਸ ਐਜੂਕੇਟਿਡ ਇੰਪਲੋਈਜ਼। ਠੀਕ ਹੈ, ਇਸ ਸਟਾਈਲ ਦੀ ਜ਼ਰੂਰਤ ਲੈਸ ਐਜੂਕੇਟਿਡ ਜਾਂ ਘੱਟ ਸਮਝਦਾਰ ਇੰਪਲੋਈਜ਼ ਦੀ ਪੈਂਦੀ ਹੈਗੀ ਹੈ। ਕਿਉਂ ਬੱਚੇ, ਕਿਉਂਕਿ ਉਹਨਾਂ ਇੰਪਲੋਈਜ਼ ਵਿੱਚ ਡਿਸੀਜਨ ਲੈਣ ਦੀ ਕੈਪੇਬਿਲਿਟੀ ਨਹੀਂ ਹੁੰਦੀ। ਇਹ ਇੰਪਲੋਈਜ਼ ਸਿਰਫ ਕੰਮ ਕਰਦੇ ਹਨ ਅਤੇ ਡਿਸੀਜਨ ਨਹੀਂ ਲੈ ਸਕਦੇ। ਠੀਕ ਹੈ, ਤਾਂ ਇਹਦੇ ਵਿੱਚ ਲੋੜ ਕਿਹਦੀ ਪੈਂਦੀ ਹੈਗੀ, ਲੈਸ ਐਜੂਕੇਟਿਡ ਇੰਪਲੋਈਜ਼ ਦੀ ਪੈਂਦੀ ਹੈਗੀ ਹੈ। ਅੱਗੇ ਬੱਚੇ ਐਡਵਾਂਟੇਜਸ ਹੈਗੇ ਹੈ ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ ਦੇ, ਲੈਕ ਆਫ ਮੋਟੀਵੇਸ਼ਨ। ਇਹਦੇ ਵਿੱਚ ਬੱਚੇ ਮੋਟੀਵੇਸ਼ਨ ਕਿਆ ਹੁੰਦੀ ਹੈ, ਬਹੁਤ ਘੱਟ ਹੁੰਦੀ ਹੈ। ਕਿਉਂ, ਕਿਉਂਕਿ ਇੰਪਲੋਈਜ਼ ਦਾ ਡਿਸੀਜਨ ਕੰਸੀਡਰ ਨਹੀਂ ਕਰਿਆ ਜਾਂਦਾ। ਠੀਕ ਹੈ, ਉਹਨਾਂ ਨੂੰ ਸਿਰਫ ਆਰਡਰ ਦਿੱਤੇ ਜਾਂਦੇ ਹੈਗੇ, ਜਿਸ ਨਾਲ ਉਹਨਾਂ ਦਾ ਜਿਹੜਾ ਮੋਰਾਲ ਹੈਗਾ ਉਹ ਕਿਆ ਹੋ ਜਾਂਦਾ ਹੈਗਾ, ਘੱਟ ਹੋ ਜਾਂਦਾ ਹੈਗਾ। ਠੀਕ ਹੈ, ਅੱਗੇ ਹੈਗੇ ਬੱਚੇ ਐਜੀਟੇਸ਼ਨ ਬਾਈ ਇੰਪਲੋਈਜ਼। ਬੱਚੇ ਐਜੀਟੇਸ਼ਨ ਕਿਆ ਹੁੰਦਾ ਹੈ, ਗੁੱਸਾ ਆਉਣਾ। ਠੀਕ ਹੈ, ਵਿਦਰੋਹ ਕਰਨਾ। ਹੁਣ ਜਿਵੇਂ ਇੰਪਲੋਈਜ਼ ਦਾ ਇਸ ਸਟਾਈਲ ਵਿੱਚ ਡਿਸੀਜਨ ਮੇਕਿੰਗ ਵਿੱਚ ਕੋਈ ਪਾਰਟੀਸਪੇਸ਼ਨ ਨਹੀਂ ਹੁੰਦਾ। ਠੀਕ ਹੈ, ਤਾਂ ਇੰਪਲੋਈਜ਼ ਜਿਵੇਂ ਮਸ਼ੀਨਸ ਕੰਮ ਕਰਦੀਆਂ ਹਨ ਉਵੇਂ ਦੇ ਹੀ ਹੋ ਜਾਂਦੇ ਹੈਗੇ ਆ। ਠੀਕ ਹੈ, ਕਿਉਂਕਿ ਉਹਨਾਂ ਦੀ ਕੋਈ ਪਾਰਟੀਸਪੇਸ਼ਨ ਨਹੀਂ ਹੈਗੀ, ਤਾਂ ਉਹ ਵੀ ਕਿੱਦਾਂ ਦੇ ਹੋ ਜਾਂਦੇ, ਜਿੱਦਾਂ ਮਸ਼ੀਨਸ ਕੰਮ ਕਰਦੀਆਂ ਹੈਗੀਆਂ ਉਹ ਵੀ ਉਵੇਂ ਦੇ ਹੀ ਹੋ ਜਾਂਦੇ ਹੈਗੇ ਆ, ਅਤੇ ਆਪਣੇ ਆਪ ਵਿੱਚ ਉਹ ਕੋਈ ਕੰਮ ਨਹੀਂ ਕਰ ਪਾਉਂਦੇ। ਠੀਕ ਹੈ, ਇਸ ਤਰ੍ਹਾਂ ਮੈਨੇਜਰ ਇੰਪਲੋਈਜ਼ ਤੋਂ ਕੁਛ ਵੀ ਕਰਵਾ ਸਕਦਾ ਹੈਗਾ ਜੋ ਉਹ ਚਾਹੁੰਦਾ ਹੈਗਾ। ਇਸ ਕਰਕੇ ਇੰਪਲੋਈਜ਼ ਨੂੰ ਇਹ ਸਟਾਈਲ ਅਨਇੰਟਰਸਟਿੰਗ ਲੱਗਦਾ ਹੈਗਾ ਅਤੇ ਉਹ ਅਪੋਜ਼ ਕਰਦਾ ਹੈਗਾ ਇਸ ਸਟਾਈਲ ਦਾ। ਠੀਕ ਹੈ, ਨੈਕਸਟ ਹੈਗਾ ਬੱਚੇ ਪੋਸੀਬਿਲਿਟੀ ਆਫ ਪਾਰਸ਼ੈਲਿਟੀ। ਹੁਣ ਤੁਹਾਨੂੰ ਪਤਾ ਹੈਗਾ ਆਟੋਕ੍ਰੈਟਿਕ ਵਿੱਚ ਕਿ ਇੱਕ ਹੀ ਪਰਸਨ ਦੇ ਕੋਲ ਸਾਰਾ ਕੰਟਰੋਲ ਹੈਗਾ, ਮੀਨਸ ਹੁਣ ਇੱਕ ਹੀ ਪਰਸਨ ਦੇ ਹੱਥ ਵਿੱਚ ਪਾਵਰ ਹੁੰਦੀ ਹੈਗੀ ਹੈ ਅਤੇ ਉਹ ਪਾਰਸ਼ਲ ਵੀ ਹੋ ਸਕਦਾ ਹੈਗਾ। ਠੀਕ ਹੈ, ਕਿਸੇ ਵੱਲ ਜ਼ਿਆਦਾ ਉਹ ਫੇਵਰੇਬਲ ਹੋਵੇ। ਠੀਕ ਹੈ, ਅੱਗੇ ਹੈਗਾ ਬੱਚੇ ਸੂਟੇਬਿਲਿਟੀ। ਹੁਣ ਲੀਡਰ ਇਜ਼ ਮੋਸਟ ਨੌਲੇਜੇਬਲ ਮੈਂਬਰ ਆਫ ਦੀ ਗਰੁੱਪ, ਕਿਉਂਕਿ ਸਾਰੇ ਡਿਸੀਜਨ ਕੌਣ ਲੈਂਦਾ ਇਹਦੇ ਵਿੱਚ, ਇੱਕ ਪਰਸਨ ਲੈਂਦਾ ਜਾਂ ਲੀਡਰ ਲੈਂਦਾ ਹੈ। ਠੀਕ ਹੈ, ਜਾਂ ਮੈਨੇਜਰ ਲੈਂਦਾ ਹੈਗਾ, ਤਾਂ ਇੱਕ ਹੀ ਜਿਹੜਾ ਉਹ ਪਰਸਨ ਹੈਗਾ ਉਹ ਤਾਂ ਨੌਲੇਜੇਬਲ ਹੋਣਾ ਉਹਦਾ ਬਹੁਤ ਜ਼ਰੂਰੀ ਹੈਗਾ। ਦੇਅਰ ਇਜ਼ ਲਿਟਲ ਟਾਈਮ ਫॉर ਡਿਸੀਜਨ ਮੇਕਿੰਗ। ਇੱਕ ਪਰਸਨ ਦੇ ਹੱਥ ਵਿੱਚ ਕੰਟਰੋਲ ਹੈਗਾ ਤਾਂ ਟਾਈਮ ਕਿਆ ਹੋਊਗਾ, ਉਹ ਪਰਸਨ ਜਲਦੀ ਤੋਂ ਜਲਦੀ ਡਿਸੀਜਨ ਲੈ ਲੂਗਾ ਆਪਣੇ ਕੰਮ ਦੇ ਲਈ, ਤਾਂ ਜਿਹੜਾ ਟਾਈਮ ਹੈਗਾ ਉਹਨੂੰ ਟਾਈਮ ਕਿਆ ਚਾਹੀਦਾ ਹੋਊਗਾ, ਘੱਟ ਚਾਹੀਦਾ ਹੋਊਗਾ। ਸਬੋਰਡੀਨੇਟਸ ਆਰ ਅਨਐਜੂਕੇਟਿਡ। ਜਦੋਂ ਸਬੋਰਡੀਨੇਟਸ ਕਿਆ ਹੈਗੇ, ਅਸੀਂ ਇਹਦੇ 'ਚ ਪੜ੍ਹਿਆ ਹੈਗਾ ਨੈਸੈਸਰੀ ਫॉर ਲੈਸ ਐਜੂਕੇਟਿਡ ਇੰਪਲੋਈਜ਼, ਕਿ ਇਹ ਜਿਹੜੇ ਲੈਸ ਐਜੂਕੇਟਿਡ ਇੰਪਲੋਈਜ਼ ਹੈ ਉਹਨਾਂ ਲਈ ਸੂਟੇਬਲ ਹੈਗਾ ਵਾ। ਠੀਕ ਹੈ,
ਤੇ ਵੈਨ ਸਬੋਰਡੀਨੇਟਸ ਆ ਇਨਐਕਸਪੀਰੀਅੰਸ, ਠੀਕ ਹੈ, ਉਹ ਆਪਣਾ ਡਿਸੀਜਨ ਨਹੀਂ ਦੇ ਪਾਉਂਦੇ ਜਾਂ ਲੈ ਪਾਉਂਦੇ, ਤਾਂ ਕਰਕੇ ਕਿਹੜਾ ਸਟਾਈਲ ਉੱਥੇ ਸੂਟ ਕਰਦਾ ਹੈਗਾ, ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ। ਨੈਕਸਟ ਹੈਗਾ ਬੱਚੇ ਡੈਮੋਕ੍ਰੈਟਿਕ ਲੀਡਰਸ਼ਿਪ ਸਟਾਈਲ। ਡੈਮੋਕ੍ਰੈਟਿਕ ਲੀਡਰਸ਼ਿਪ ਸਟਾਈਲ ਵਿੱਚ ਕੀ ਹੈਗਾ ਬੱਚੇ, ਹੁਣ ਇਸ ਸਟਾਈਲ ਵਿੱਚ ਡਿਸੀਜਨ ਸਿਰਫ ਮੈਨੇਜਰ ਦੁਆਰਾ ਨਹੀਂ ਲਿੱਤਾ ਜਾਂਦਾ, ਠੀਕ ਹੈ, ਇਸ ਸਟਾਈਲ ਵਿੱਚ ਸਿਰਫ ਮੈਨੇਜਰ ਹੀ ਡਿਸੀਜਨ ਨਹੀਂ ਲੈਂਦੇ, ਠੀਕ ਹੈ, ਬਲਕਿ ਇੰਪਲੋਈਜ਼ ਵੀ ਡਿਸੀਜਨ ਲੈਣ, ਇੰਪਲੋਈਜ਼ ਨੂੰ ਵੀ ਡਿਸੀਜਨ ਲੈਣ ਲਈ ਕੰਸੀਡਰ ਕੀਤਾ ਜਾਂਦਾ ਹੈਗਾ, ਠੀਕ ਹੈ। ਇਹ ਸਟਾਈਲ ਡੀਸੈਂਟਰਲਾਈਜੇਸ਼ਨ ਉੱਪਰ ਬੇਸਡ ਹੈਗਾ ਹੈ। ਇਸ ਸਟਾਈਲ ਵਿੱਚ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਮੈਨੇਜਰ ਸਬੋਰਡੀਨੇਟਸ ਦੀਆਂ ਸੁਜੈਸ਼ਨ ਲੈਂਦੇ ਹੈਗੇ ਹੈ ਅਤੇ ਕੋਸ਼ਿਸ਼ ਕਰਦੇ ਹੈਗੇ ਕਿ ਇੰਪਲੋਈਜ਼ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ, ਠੀਕ ਹੈ। ਜਿੱਦਾਂ ਅਸੀਂ ਆਟੋਕ੍ਰੈਟਿਕ ਵਿੱਚ ਪੜ੍ਹਿਆ ਹੈਗਾ ਕਿ ਸਿਰਫ ਡਿਸੀਜਨ ਕੌਣ ਲਏਗਾ, ਮੈਨੇਜਰ ਲਏਗਾ ਜਾਂ ਲੀਡਰ ਲਏਗਾ, ਬਟ ਡੈਮੋਕ੍ਰੈਟਿਕ ਵਿੱਚ ਇੱਦਾਂ ਦਾ ਨਹੀਂ ਹੈਗਾ। ਇਹਨੂੰ ਹੋਰ ਵੀ ਕਿਹਾ ਜਾਂਦਾ ਹੈਗਾ, ਡੈਮੋਕ੍ਰੈਟਿਕ ਨੂੰ ਗਰੁੱਪ ਸੈਂਟਰਡ ਲੀਡਰਸ਼ਿਪ ਸਟਾਈਲ, ਠੀਕ ਹੈ। ਇਹਦੇ ਵਿੱਚ ਬੱਚੇ ਕੀ ਹੈਗਾ ਕਿ ਇਹਦੇ ਵਿੱਚ ਇੰਪਲੋਈਜ਼ ਦਾ ਡਿਸੀਜਨ ਵੀ ਕੰਸੀਡਰ ਕਰਿਆ ਜਾਂਦਾ ਹੈਗਾ, ਸਿਰਫ ਲੀਡਰ ਦਾ ਹੀ ਨਹੀਂ ਕਰਿਆ ਜਾਂਦਾ, ਠੀਕ ਹੈ। ਅੱਗੇ ਬੱਚੇ ਫੀਚਰਸ ਹੈਗੇ ਕੋਆਪਰੇਟਿਵ ਰਿਲੇਸ਼ਨ, ਠੀਕ ਹੈ। ਹੁਣ ਮੈਨੇਜਮੈਂਟ ਡਿਸੀਜਨ ਵਿੱਚ ਸਬੋਰਡੀਨੇਟ ਦੀ ਪਾਰਟਿਸਪੇਸ਼ਨ ਹੋਣ ਕਰਕੇ ਜਿਹੜੇ ਸਬੋਰਡੀਨੇਟਸ ਹੈਗੇ ਆ ਉਹਨਾਂ ਦੇ ਵਿੱਚ ਇੱਕ ਸੈਲਫ ਰਿਸਪੈਕਟ ਦੀ ਫੀਲਿੰਗ ਆਉਂਦੀ ਹੈਗੀ ਹੈ, ਠੀਕ ਹੈ। ਇਸ ਕਰਕੇ ਇੰਪਲੋਈਜ਼ ਹਮੇਸ਼ਾ ਕੋਆਪਰੇਸ਼ਨ ਲਈ ਤਿਆਰ ਰਹਿੰਦੇ ਹੈਗੇ ਹੈ, ਜਿਸ ਨਾਲ ਮੈਨੇਜਮੈਂਟ ਅਤੇ ਇੰਪਲੋਈਜ਼ ਵਿੱਚ ਕੋਆਪਰੇਟਿਵ ਰਿਲੇਸ਼ਨ ਵੀ ਬਣੇ ਰਹਿੰਦੇ ਹੈਗੇ ਹੈ, ਠੀਕ ਹੈ। ਨੈਕਸਟ ਹੈਗਾ ਬੱਚੇ ਬਲੀਫ ਇਨ ਇੰਪਲੋਈਜ਼। ਹੁਣ ਇਹਦੇ ਵਿੱਚ ਕੀ ਹੈਗਾ, ਇੰਪਲੋਈਜ਼ ਦੇ ਵਿੱਚ ਕੀ ਹੁੰਦਾ ਹੈਗਾ, ਬਲੀਫ ਹੁੰਦਾ ਹੈਗਾ। ਇਸ ਲੀਡਰਸ਼ਿਪ ਸਟਾਈਲ ਵਿੱਚ ਮੈਨੇਜਰ ਇਹ ਬਲੀਵ ਕਰਦੇ ਹਨ ਕਿ ਇੰਪਲੋਈਜ਼ ਕੰਮ ਕਰਨਾ ਚਾਹੁੰਦੇ ਹੈਗੇ ਹੈ, ਠੀਕ ਹੈ, ਅਤੇ ਉਹ ਆਪਣੀ ਰਿਸਪੌਂਸਿਬਿਲਟੀਜ਼ ਨੂੰ ਅਸੈਪਟ ਕਰਦੇ ਹੈਗੇ ਹੈ ਅਤੇ ਇੰਪਲੋਈਜ਼ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਪਰਫਾਰਮ ਕਰਨਾ ਚਾਹੁੰਦੇ ਹੈਗੇ ਹੈ। ਤਾਂ ਇਹਨਾਂ ਦਾ ਕੀ ਹੁੰਦਾ ਹੈ, ਲੀਡਰਸ ਦਾ ਬਲੀਫ ਹੁੰਦਾ ਹੈ ਇੰਪਲੋਈਜ਼ ਦੇ ਵਿੱਚ। ਬਟ ਆਟੋਕ੍ਰੈਟਿਕ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ। ਓਪਨ ਕਮਿਊਨੀਕੇਸ਼ਨ ਬੱਚੇ, ਇਹਦੇ ਵਿੱਚ ਕਮਿਊਨੀਕੇਸ਼ਨ ਕੀ ਹੁੰਦੀ ਹੈਗੀ, ਓਪਨ ਹੁੰਦੀ ਹੈ, ਮੀਨਸ 2 ਵੇ ਕਮਿਊਨੀਕੇਸ਼ਨ ਹੁੰਦੀ ਹੈ। ਜਿੱਦਾਂ ਮੈਨੇਜਰਸ ਕੀ ਕਰ ਸਕਦੇ ਆ, ਆਪਣੇ ਜਿਹੜੇ ਥੋਟਸ ਹੈਗੇ ਆ ਉਹ ਸ਼ੇਅਰ ਕਰਦੇ ਸਬੋਰਡੀਨੇਟਸ ਨਾਲ, ਅਤੇ ਸਬੋਰਡੀਨੇਟਸ ਅੱਗੇ ਕੀ ਕਰਦੇ ਹੈਗੇ, ਸੁਜੈਸ਼ਨਸ ਦਿੰਦੇ ਹੈਗੇ ਮੈਨੇਜਰਸ ਨੂੰ ਕਿ ਕੰਮ ਇਸ ਤਰ੍ਹਾਂ ਇਸ ਵੇ ਨਾਲ ਕਰਿਆ ਜਾ ਸਕਦਾ ਹੈ। ਮੀਨਸ ਕਿ ਇਹਦੇ ਵਿੱਚ ਕਮਿਊਨੀਕੇਸ਼ਨ ਕੀ ਹੈਗੀ ਹੈ ਬੱਚੇ, ਓਪਨ ਹੁੰਦੀ ਹੈਗੀ ਹੈ। ਅੱਗੇ ਬੱਚੇ ਐਡਵਾਂਟੇਜ ਫਸਟ ਪੁਆਇੰਟ ਹੈਗਾ ਹਾਈ ਮੋਰਲ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈਗਾ ਬੱਚੇ, ਇੰਪਲੋਈਜ਼ ਔਰ ਜਿਹੜੇ ਲੀਡਰ ਹੈਗੇ ਆ ਦੋਨੋਂ ਕੋਆਪਰੇਟਿਵਲੀ ਕੰਮ ਕਰਦੇ ਹੈਗੇ ਆ, ਤਾਂ ਇੰਪਲੋਈ ਦੇ ਸੁਜੈਸ਼ਨਸ ਵੀ ਸੁਣੇ ਜਾਂਦੇ ਹੈਗੇ ਆ, ਤਾਂ ਉਹਨਾਂ ਦਾ ਮੋਰਾਲ ਕੀ ਹੁੰਦਾ ਹੈਗਾ, ਬੂਸਟ ਹੁੰਦਾ ਹੈਗਾ, ਠੀਕ ਹੈ। ਦੈਨ ਕ੍ਰੀਏਸ਼ਨ ਆਫ ਮੋਰ ਐਫੀਸ਼ੀਐਂਸੀ ਐਂਡ ਪ੍ਰੋਡਕਟਿਵਿਟੀ। ਹੁਣ ਜੇ ਇੰਪਲੋਈਜ਼ ਦਾ ਮੋਰਾਲ ਇੰਕਰੀਜ਼ ਹੋਏਗਾ, ਬੂਸਟ ਹੋਏਗਾ, ਤਾਂ ਆਟੋਮੈਟਿਕਲੀ ਕੀ ਹੋਏਗਾ, ਉਹ ਐਫੀਸ਼ੀਐਂਟਲੀ ਹੋਰ ਕੰਮ ਕਰੂੰਗੇ ਅਤੇ ਇਹਨਾਂ ਦੀ ਪ੍ਰੋਡਕਟਿਵਿਟੀ ਕੀ ਹੋਊਗੀ, ਐਨਹਾਂਸ ਹੋਏਗੀ, ਠੀਕ ਹੈ। ਅੱਗੇ ਬੱਚੇ ਅਵੇਲੇਬਿਲਿਟੀ ਆਫ ਸਫੀਸ਼ੀਐਂਟ ਟਾਈਮ ਫॉर ਕੰਸਟਰਕਟਿਵ ਵਰਕ। ਬੱਚੇ ਇਹਦੇ ਵਿੱਚ ਕੀ ਹੈਗਾ, ਇਸ ਲੀਡਰਸ਼ਿਪ ਸਟਾਈਲ ਵਿੱਚ ਮੈਨੇਜਰ ਦਾ ਜਿਹੜਾ ਵਰਕਲੋਡ ਹੈਗਾ ਉਹ ਕੀ ਹੋ ਜਾਏਗਾ ਬੱਚੇ, ਡਿਕਰੀਜ਼ ਹੋ ਜਾਂਦਾ ਹੈਗਾ। ਕਿਉਂ ਹੁੰਦਾ ਹੈਗਾ, ਕਿਉਂਕਿ ਸਬੋਰਡੀਨੇਟਸ ਵੀ ਕੰਮ ਕਰਨ ਵਿੱਚ ਮੈਨੇਜਰਸ ਦੀ ਹੈਲਪ ਕਰਦੇ ਹਨ, ਠੀਕ ਹੈ। ਇਸ ਤਰ੍ਹਾਂ ਮੈਨੇਜਰ ਦਾ ਟਾਈਮ ਕੀ ਹੁੰਦਾ ਹੈਗਾ, ਬਚ ਜਾਂਦਾ ਹੈਗਾ, ਅਤੇ ਉਹ ਕੀ ਕਰਦਾ ਹੈਗਾ, ਉਹ ਆਰਗੇਨਾਈਜੇਸ਼ਨ ਦੀ ਡਿਵੈਲਪਮੈਂਟ ਅਤੇ ਐਕਸਪੈਂਸ਼ਨ ਉਸ ਟਾਈਮ ਨੂੰ ਯੂਟੀਲਾਈਜ਼ ਕਰ ਸਕਦਾ ਹੈਗਾ, ਠੀਕ ਹੈ। ਕਿਉਂਕਿ ਉਹਦੇ ਕੋਲ ਇੰਨਾ ਟਾਈਮ ਹੁੰਦਾ ਹੈਗਾ ਕਿ ਉਹ ਆਪਣਾ ਕੰਮ ਜਿਹੜਾ ਹੁਣ ਅਵੇਲੇਬਿਲਿਟੀ ਆਫ ਸਫੀਸ਼ੀਐਂਟ ਟਾਈਮ ਕਿਆ ਹੈਗਾ, ਉਹਦੇ ਕੋਲ ਟਾਈਮ ਬਚ ਜਾਂਦਾ, ਕਿਉਂਕਿ ਉਹਦਾ ਜਿਹੜਾ ਅੱਧਾ ਕੰਮ ਹੈਗਾ ਉਹ ਸਬੋਰਡੀਨੇਟਸ ਉਹਦੀ ਹੈਲਪ ਕਰ ਦਿੰਦੇ ਹੈਗੇ ਆ, ਅਤੇ ਉਹ ਕੀ ਕਰ ਸਕਦਾ ਹੈਗਾ, ਜਿਹੜੇ ਇੰਪੋਰਟੈਂਟ ਕੰਮ ਵੱਲ ਹੈਗਾ ਧਿਆਨ ਦੇ ਸਕਦਾ ਹੈਗਾ, ਠੀਕ ਹੈ। ਅੱਗੇ ਬੱਚੇ ਡਿਸਐਡਵਾਂਟੇਜਿਸ ਹੈਗੇ ਆ, ਰਿਕੁਆਇਰਮੈਂਟ ਆਫ ਐਜੂਕੇਟਿਡ ਸਬੋਰਡੀਨੇਟਸ। ਇਹਦੇ ਵਿੱਚ ਬੱਚੇ ਐਜੂਕੇਟਿਡ ਸਬੋਰਡੀਨੇਟਸ ਦੀ ਲੋੜ ਪੈਂਦੀ ਹੈਗੀ ਹੈ, ਕਿਉਂਕਿ ਇਹਦੇ ਵਿੱਚ ਲੀਡਰ ਅਤੇ ਸਬੋਰਡੀਨੇਟਸ ਦੋਨੋਂ ਮਿਲ ਕੇ ਕੰਮ ਕਰਦੇ ਹੈਗੇ ਆ, ਤਾਂ ਸਬੋਰਡੀਨੇਟਸ ਦਾ ਐਜੂਕੇਟ ਹੋਣਾ ਵੀ ਬਹੁਤ ਜ਼ਰੂਰੀ ਹੈਗਾ ਵਾ। ਡਿਲੇ ਇਨ ਡਿਸੀਜਨਸ ਬੱਚੇ, ਇਹਦੇ ਵਿੱਚ ਕਿਉਂਕਿ ਹੁਣ ਸਾਰਿਆਂ ਦੇ ਵਿਊਜ਼ ਨੂੰ ਕੰਸੀਡਰ ਕਰਿਆ ਜਾਂਦਾ ਹੈਗਾ, ਇਹਦੇ ਵਿੱਚ ਇੰਪਲੋਈਜ਼ ਦੇ ਵਿਊਜ਼ ਨੂੰ ਵੀ ਕੰਸੀਡਰ ਕਰਿਆ ਜਾਂਦਾ ਹੈ, ਮੈਨੇਜਰਸ ਦੇ ਵਿਊਜ਼ ਨੂੰ ਵੀ ਕੰਸੀਡਰ ਕਰਿਆ ਜਾਂਦਾ ਹੈ, ਤਾਂ ਡਿਸੀਜਨ ਲੈਣ ਦੇ ਵਿੱਚ ਡਿਲੇ ਹੋ ਜਾਂਦੀ ਹੈਗੀ ਹੈ, ਠੀਕ ਹੈ। ਅੱਗੇ ਬੱਚੇ ਲੈਕ ਆਫ ਰਿਸਪੌਂਸਿਬਿਲਿਟੀ ਇਨ ਮੈਨੇਜਰਸ। ਹੁਣ ਇਹਦੇ ਵਿੱਚ ਕੀ ਹੈਗਾ ਬੱਚੇ, ਕਈ ਵਾਰ ਮੈਨੇਜਰ ਰਿਸਪੌਂਸਿਬਿਲਿਟੀ ਨਹੀਂ ਲੈਂਦੇ, ਠੀਕ ਹੈ, ਕਿਉਂਕਿ ਡਿਸੀਜਨ ਸਬੋਰਡੀਨੇਟਸ ਦੁਆਰਾ ਲਿੱਤੇ ਗਏ ਹੁੰਦੇ ਹੈਗੇ ਹੈ, ਅਤੇ ਮੈਨੇਜਰ ਸਬੋਰਡੀਨੇਟਸ ਨੂੰ ਹੀ ਉਸਦੇ ਲਈ ਰਿਸਪੌਂਸੀਬਲ ਮੰਨਦੇ ਹੈਗੇ ਆ, ਠੀਕ ਹੈ।
ਤਾਂ ਕਰਕੇ ਉਹ ਕੀ ਕਰਦੇ ਮੀਨਸ ਕਿ ਉਹਨਾਂ ਦੇ ਵਿੱਚ ਲੈਕ ਆਫ ਰਿਸਪੌਂਸਿਬਿਲਿਟੀ ਵੀ ਮੈਨੇਜਰ ਦੇ ਵਿੱਚ ਅਰਾਈਜ਼ ਹੋ ਜਾਂਦੀ ਹੈਗੀ ਹੈ। ਅੱਗੇ ਬੱਚੇ ਸੂਟੇਬਿਲਿਟੀ, ਜਦੋਂ ਗਰੁੱਪ ਮੈਂਬਰਸ ਆਰ ਸਕਿਲਡ ਐਂਡ ਈਗਰ ਟੂ ਸ਼ੇਅਰ ਦੇਅਰ ਨੌਲੇਜ, ਇਹਦੇ ਵਿੱਚ ਕੀ ਚਾਹੀਦੇ ਹੈਗੇ ਆ, ਅਸੀਂ ਪੜ੍ਹਿਆ ਹੈਗਾ ਕਿ ਰਿਕੁਆਇਰਮੈਂਟ ਆਫ ਐਜੂਕੇਟਿਡ ਸਬੋਰਡੀਨੇਟਸ ਦੀ ਲੋੜ ਪੈਂਦੀ ਹੈਗੀ ਹੈ। ਠੀਕ ਹੈ, ਵੈਨ ਪਲੈਂਟੀ ਆਫ ਟਾਈਮ ਇਜ਼ ਅਵੇਲੇਬਲ ਫॉर ਡਿਸੀਜਨ ਮੇਕਿੰਗ, ਕਿਉਂਕਿ ਜਦੋਂ ਸੂਟੇਬਲ ਕਦੋਂ ਹੋਊਗਾ, ਜਦੋਂ ਉਹਨਾਂ ਕੋਲ ਪਲੈਂਟੀ ਆਫ ਟਾਈਮ ਹੋਊਗਾ। ਠੀਕ ਹੈ, ਕਿਉਂਕਿ ਡਿਸੀਜਨ ਡਿਲੇ ਹੋ ਜਾਂਦੇ, ਅਸੀਂ ਡਿਸਐਡਵਾਂਟੇਜ ਪੜ੍ਹੀ ਹੈਗੀ ਹੈ। ਡਿਲੇ ਇਨ ਡਿਸੀਜਨ ਵਿੱਚ ਕੀ ਹੈਗਾ ਕਿ ਸਬੋਰਡੀਨੇਟਸ ਦੇ ਵਿਊਜ਼ ਵੀ ਕੰਸੀਡਰ ਹੁੰਦੇ ਹੈਗੇ ਆ, ਉਹਨਾਂ ਨੂੰ ਵੀ ਕੰਸਲਟ ਕਰਿਆ ਜਾਂਦਾ ਹੈਗਾ। ਤਾਂ ਇਹਨਾਂ ਦੇ ਵਿੱਚ ਟਾਈਮ ਹੋਣਾ ਜ਼ਿਆਦਾ ਜ਼ਰੂਰੀ ਹੈਗਾ, ਕਿਉਂਕਿ ਇਹਦੇ ਵਿੱਚ ਮੈਨੇਜਰਸ ਦੇ ਡਿਸੀਜਨਸ ਮੀਨਸ ਕਿ ਡਿਸੀਜਨਸ ਵੀ ਦੇਖੇ ਜਾਂਦੇ ਹੈਗੇ, ਸਬੋਰਡੀਨੇਟਸ ਤੋਂ ਵੀ ਪੁੱਛਿਆ ਜਾਂਦਾ ਹੈਗਾ। ਤਾਂ ਇਹਨਾਂ ਦੇ ਤਾਂ ਜਿਹੜਾ ਮੈਨੇਜਰਸ ਤੋਂ ਵੀ ਪੁੱਛਣਾ, ਫਿਰ ਸਬੋਰਡੀਨੇਟਸ ਦੇ ਨਾਲ ਵੀ ਡਿਸਕਸ਼ਨ ਕਰਨੀ, ਤਾਂ ਇਹਦੇ ਲਈ ਸਾਨੂੰ ਪਲੈਂਟੀ ਆਫ ਟਾਈਮ ਚਾਹੀਦਾ ਹੁੰਦਾ ਹੈਗਾ। ਠੀਕ ਹੈ, ਵੈਨ ਲੀਡਰ ਵਾਂਟਸ ਟੂ ਇਨਵੋਲਵ ਦੀ ਸਬੋਰਡੀਨੇਟਸ ਇਨ ਡਿਸੀਜਨ ਮੇਕਿੰਗ, ਜਦੋਂ ਉਹਨਾਂ ਦਾ ਫੁੱਲ ਫੇਥ ਹੈਗਾ, ਲੀਡਰ ਦਾ ਫੇਥ ਹੈਗਾ ਸਬੋਰਡੀਨੇਟਸ ਦੇ ਉੱਪਰ, ਅਤੇ ਉਹ ਡਿਸੀਜਨ ਮੇਕਿੰਗ ਵਿੱਚ ਉਹਨਾਂ ਦੀ ਰਾਏ ਲੈਣਾ ਚਾਹੁੰਦਾ ਵਾ, ਤਾਂ ਇਹਦੀ ਸੂਟੇਬਿਲਿਟੀ ਹੈਗੀ ਹੈ। ਵੈਨ ਰੋਲਸ ਆਰ ਕਲੀਅਰ, ਜਦੋਂ ਸਾਨੂੰ ਪਤਾ ਹੈਗਾ ਕਿ ਅਸੀਂ ਇਹ ਸਾਡਾ ਰੋਲ ਹੈਗਾ, ਅਸੀਂ ਇਹ ਕੰਮ ਕਰਵਾਉਣਾ ਵਾ, ਤਾਂ ਇਹ ਡੈਮੋਕ੍ਰੇਟਿਕ ਉੱਥੇ ਸੂਟੇਬਲ ਹੈਗਾ ਵਾ। ਅੱਗੇ ਫ੍ਰੀ ਰੀਨ ਲੀਡਰਸ਼ਿਪ ਸਟਾਈਲ, ਬੱਚੇ ਇਹਨੂੰ ਹੋਰ ਕਿਹਾ ਜਾਂਦਾ ਹੈਗਾ, ਇੰਡੀਵਿਜੂਅਲ ਸੈਂਟਰਡ ਸਟਾਈਲ ਵੀ ਕਿਹਾ ਜਾਂਦਾ ਹੈਗਾ। ਠੀਕ ਹੈ, ਇਹਨੂੰ ਇੰਡੀਵਿਜੂਅਲ ਸੈਂਟਰਡ ਸਟਾਈਲ ਵੀ ਕਿਹਾ ਜਾਂਦਾ ਹੈਗਾ। ਹੁਣ ਇਹਦੇ ਵਿੱਚ ਬੱਚੇ ਹੈਗਾ ਹੈ ਕਿ ਇਸ ਸਟਾਈਲ ਵਿੱਚ ਮੈਨੇਜਰਸ ਮੈਨੇਜੀਰੀਅਲ ਫੰਕਸ਼ਨ ਵਿੱਚ ਬਹੁਤ ਘੱਟ ਧਿਆਨ ਦਿੰਦੇ ਹੈਗੇ ਹੈ, ਅਤੇ ਸਾਰੇ ਕੰਮ ਕੌਣ ਕਰਦਾ ਹੈ ਬੱਚੇ, ਇਹਦੇ ਵਿੱਚ ਸਬੋਰਡੀਨੇਟਸ ਨੂੰ ਦਿੰਦੇ ਹੈਗੇ ਹੈ। ਠੀਕ ਹੈ, ਮੀਨਸ ਮੈਨੇਜਰ ਓਵਰਆਲ ਆਬਜੈਕਟਿਵ ਐਕਸਪਲੇਨ ਕਰਕੇ ਸਬੋਰਡੀਨੇਟਸ ਨੂੰ ਆਪਣੇ ਖੁਦ ਦੇ ਆਬਜੈਕਟਿਵਸ ਡਿਟਰਮਾਈਨ ਕਰਨ ਵਿੱਚ ਹੈਲਪ ਕਰਦੇ ਹੈਗੇ ਹੈ। ਇਸ ਤੋਂ ਇਲਾਵਾ ਮੈਨੇਜਰ ਵਰਕ ਪਰਫਾਰਮ ਕਰਨ ਲਈ ਰਿਸੋਰਸਿਸ ਪ੍ਰੋਵਾਈਡ ਕਰਦੇ ਹਨ, ਅਤੇ ਜ਼ਰੂਰਤ ਹੋਵੇ ਤਾਂ ਇੰਪਲੋਈਜ਼ ਨੂੰ ਐਡਵਾਈਸ ਵੀ ਦਿੰਦੇ ਹੈਗੇ ਹੈ। ਠੀਕ ਹੈ, ਇਹ ਲੀਡਰਸ਼ਿਪ ਜਿਹੜਾ ਸਟਾਈਲ ਹੈਗਾ ਬੱਚੇ, ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ ਦੇ ਬਿਲਕੁਲ ਅਪੋਜ਼ਿਟ ਹੈਗਾ। ਠੀਕ ਹੈ, ਇਹਨੂੰ ਹੋਰ ਕਿਹਾ ਜਾਂਦਾ ਹੈਗਾ, ਇੰਡੀਵਿਜੂਅਲ ਸੈਂਟਰਡ ਸਟਾਈਲ ਕਿਹਾ ਜਾਂਦਾ ਹੈਗਾ। ਇਹਦੇ ਵਿੱਚ ਮੈਨੇਜਰ ਸਿਰਫ ਜਿਹੜਾ ਇੰਟਰਸਟ ਹੈਗਾ ਮੈਨੇਜੀਰੀਅਲ ਫੰਕਸ਼ਨਸ ਦੇ ਵਿੱਚ ਲੈਂਦਾ ਹੈਗਾ, ਅਤੇ ਹੋਰ ਸਾਰਾ ਕੰਮ ਕੌਣ ਕਰਦਾ ਹੈਗਾ, ਸਬੋਰਡੀਨੇਟਸ ਕਰਦੇ ਹੈਗੇ ਹੈ, ਅਤੇ ਮੈਨੇਜਰ ਇੰਨੀ ਜ਼ਿਆਦਾ ਇਨਵੋਲਵਮੈਂਟ ਇਹਦੇ ਵਿੱਚ ਨਹੀਂ ਕਰਦਾ। ਠੀਕ ਹੈ, ਅੱਗੇ ਬੱਚੇ ਫੀਚਰਸ ਹੈਗੇ ਆ ਦਾ ਫੁੱਲ ਫੇਥ ਇਨ ਸਬੋਰਡੀਨੇਟਸ। ਇਸ ਲੀਡਰਸ਼ਿਪ ਸਟਾਈਲ ਵਿੱਚ ਮੈਨੇਜਰ ਇਹ ਕੰਸੀਡਰ ਕਰਦੇ ਹਨ ਕਿ ਸਬੋਰਡੀਨੇਟਸ ਕੈਪੇਬਲ, ਐਕਟਿਵ ਅਤੇ ਰਿਸਪੌਂਸੀਬਲ ਹੁੰਦੇ ਹਨ। ਠੀਕ ਹੈ, ਇਹਦੇ ਵਿੱਚ ਉਹ ਕਿਆ ਇਸ ਲੀਡਰਸ਼ਿਪ ਸਟਾਈਲ 'ਚੋਂ ਕੀ ਕੰਸੀਡਰ ਕਰਦੇ ਹਨ ਮੈਨੇਜਰ, ਕਿ ਜਿਹੜੇ ਸਬੋਰਡੀਨੇਟਸ ਹੈਗੇ ਹੈ ਉਹ ਕਿਆ ਹੈਗੇ ਹੈ, ਕੈਪੇਬਲ ਵੀ ਹੈ, ਐਕਟਿਵ ਵੀ ਹੈ, ਅਤੇ ਰਿਸਪੌਂਸੀਬਲ ਹੁੰਦੇ ਹਨ, ਅਤੇ ਮੈਨੇਜਰ ਨੂੰ ਸਬੋਰਡੀਨੇਟਸ ਉੱਪਰ ਪੂਰਾ ਬਿਲੀਵ ਹੁੰਦਾ ਹੈਗਾ। ਠੀਕ ਹੈ, ਅੱਗੇ ਹੈਗਾ ਬੱਚੇ ਇੰਡੀਪੈਂਡੈਂਟ ਡਿਸੀਜਨ ਮੇਕਿੰਗ ਸਟਾਈਲ। ਇਹਦੇ ਵਿੱਚ ਕੀ ਹੈਗਾ ਬੱਚੇ, ਇਸ ਸਟਾਈਲ ਵਿੱਚ ਕੀ ਹੈਗਾ, ਜਿਹੜੇ ਮੈਨੇਜਮੈਂਟ ਰਿਲੇਟਿਡ ਡਿਸੀਜਨਸ ਹੈਗੇ ਆ ਉਹ ਕੌਣ ਲੈਂਦਾ ਹੈਗਾ, ਸਬੋਰਡੀਨੇਟਸ ਲੈਂਦੇ ਹੈਗੇ ਆ। ਠੀਕ ਹੈ, ਇਹਦੇ ਵਿੱਚ ਮੈਨੇਜਰਸ ਇਨਵੋਲਵਮੈਂਟ ਨਹੀਂ ਕਰਦੇ, ਉਹ ਸਿਰਫ ਮੈਨੇਜੀਰੀਅਲ ਫੰਕਸ਼ਨ ਦੇ ਵਿੱਚ ਮੀਨਸ ਬਹੁਤ ਘੱਟ ਜਿਹੜੀ ਇਨਵੋਲਵਮੈਂਟ ਹੈਗੀ ਹੈ ਮੈਨੇਜਰਸ ਦੀ, ਉਹ ਹੁੰਦੀ ਹੈਗੀ ਹੈ। ਤਾਂ ਇਹਦੇ ਵਿੱਚ ਜਿਹੜੇ ਸਾਰੇ ਮੈਨੇਜਮੈਂਟ ਰਿਲੇਟਿਡ ਡਿਸੀਜਨ ਹੈ ਉਹ ਵੀ ਕੌਣ ਲੈਂਦੇ, ਸਬੋਰਡੀਨੇਟਸ ਲੈਂਦੇ ਹੈਗੇ, ਮੈਨੇਜਰਸ ਨਹੀਂ ਲੈਂਦੇ। ਠੀਕ ਹੈ, ਮੈਨੇਜਰ ਸਿਰਫ ਕਿਆ ਕਰਦੇ ਹੈਗੇ ਆ, ਉਹਨਾਂ ਨੂੰ ਗਾਈਡ ਕਰਦੇ ਹੈ। ਡੀਸੈਂਟਰਲਾਈਜੇਸ਼ਨ ਆਫ ਅਥੋਰਿਟੀ, ਇਹਦੇ ਵਿੱਚ ਬੱਚੇ ਉਹ ਕਿਆ ਕਰਦੇ ਹੈਗੇ, ਆਪਣੀ ਅਥੋਰਿਟੀ ਨੂੰ ਵੀ ਸਾਰਾ ਡੀਸੈਂਟਰਲਾਈਜ਼ਡ ਕਰ ਦਿੰਦੇ ਹੈਗੇ, ਮੀਨਸ ਕਿ ਉਹ ਮੈਨੇਜਰ ਜਿਹੜਾ ਹੈਗਾ ਹੈ ਉਹ ਆਪਣੀ ਅਥੋਰਿਟੀ ਡੀਸੈਂਟਰਲਾਈਜ਼ ਕਰ ਦਿੰਦਾ ਹੈ ਸਬੋਰਡੀਨੇਟਸ ਨੂੰ। ਠੀਕ ਹੈ, ਸੈਲਫ ਡਾਇਰੈਕਟਿਡ ਸੁਪਰਵਾਈਜ਼ਰੀ ਐਂਡ ਕੰਟਰੋਲ, ਬੱਚੇ ਇਸ ਲੀਡਰਸ਼ਿਪ ਸਟਾਈਲ ਵਿੱਚ ਸਬੋਰਡੀਨੇਟ ਆਪਣੇ ਆਬਜੈਕਟਿਵ ਖੁਦ ਸੈੱਟ ਕਰਦੇ ਹਨ, ਅਤੇ ਉਹਨਾਂ ਆਬਜੈਕਟਿਵਸ ਨੂੰ ਮੀਨਸ ਖੁਦ ਹੀ ਅਚੀਵ ਕਰਦੇ ਹਨ। ਠੀਕ ਹੈ, ਇਸ ਤਰ੍ਹਾਂ ਆਪਣੇ ਆਪ ਹੀ ਸੁਪਰਵਿਜ਼ਨ ਅਤੇ ਕੰਟਰੋਲ ਇੰਪਲੋਈਜ਼ ਦੁਆਰਾ ਕੀਤਾ ਜਾਂਦਾ ਹੈਗਾ। ਠੀਕ ਹੈ, ਅੱਗੇ ਬੱਚੇ ਐਡਵਾਂਟੇਜਿਸ ਕਿਆ ਹੈਗੀਆਂ, ਡਿਵੈਲਪਮੈਂਟ ਆਫ ਸੈਲਫ ਕੌਨਫੀਡੈਂਸ ਇਨ ਸਬੋਰਡੀਨੇਟਸ। ਠੀਕ ਹੈ, ਹੁਣ ਇਹਦੇ ਵਿੱਚ ਸਾਰਾ ਕੰਮ ਕੌਣ ਕਰਦਾ ਹੈਗਾ, ਇੰਪਲੋਈਜ਼ ਕਰਦੇ ਹੈਗੇ, ਤਾਂ ਉਹਨਾਂ ਦਾ ਜਿਹੜਾ ਸੈਲਫ ਕੌਨਫੀਡੈਂਸ ਵੀ ਹੈਗਾ ਉਹ ਕਿਆ ਹੋ ਜਾਂਦਾ ਹੈਗਾ, ਇਨਕਰੀਜ਼ ਹੋ ਜਾਂਦਾ ਹੈਗਾ। ਠੀਕ ਹੈ, ਹਾਈ ਲੈਵਲ ਮੋਟੀਵੇਸ਼ਨ, ਇਹਦੇ ਵਿੱਚ ਬੱਚੇ ਹਾਈ ਲੈਵਲ ਮੋਟੀਵੇਸ਼ਨ ਕਿੱਦਾਂ ਹੋਏਗੀ, ਕਿਉਂਕਿ ਇਹਦੇ ਵਿੱਚ ਫੁੱਲ ਫੇਥ ਹੁੰਦਾ ਹੈਗਾ ਮੈਨੇਜਰਸ ਦਾ। ਠੀਕ ਹੈ, ਤਾਂ ਉਹਨਾਂ ਦਾ ਸਾਰਾ ਕੁਛ ਉਹਨਾਂ ਦੇ ਮੀਨਸ ਕਿ ਸਬੋਰਡੀਨੇਟਸ ਨੂੰ
ਮੀਨਸ ਉਹਨਾਂ ਨੂੰ ਪ੍ਰੋਪਰ ਅਥੋਰਿਟੀ ਦਿੱਤੀ ਜਾਂਦੀ ਹੈਗੀ ਹੈ, ਠੀਕ ਹੈ, ਡੀਸੈਂਟਰਲਾਈਜੇਸ਼ਨ ਦਿੱਤੀ ਆਫ ਅਥੋਰਿਟੀ ਕੀਤੀ ਜਾਂਦੀ ਹੈਗੀ ਹੈ, ਤਾਂ ਇਹਦੇ ਨਾਲ ਉਹਨਾਂ ਦੇ ਵਿੱਚ ਮੋਟੀਵੇਸ਼ਨਲ ਪਾਵਰ ਵੀ ਆ ਜਾਂਦੀ ਹੈਗੀ ਹੈ, ਠੀਕ ਹੈ, ਤਾਂ ਉਹ ਆਪਣੇ ਕੰਮ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕਰਦੇ ਹੈਗੇ ਹੈ, ਠੀਕ ਹੈ। ਅੱਗੇ ਹੈਗਾ ਬੱਚੇ ਹੈਲਪਫੁਲ ਇਨ ਡਿਵੈਲਪਮੈਂਟ ਐਂਡ ਐਕਸਟੈਂਸ਼ਨ ਆਫ ਦੀ ਐਂਟਰਪ੍ਰਾਈਜ਼ਿਸ। ਹੁਣ ਬੱਚੇ ਇਹਦੇ ਵਿੱਚ ਮੈਨੇਜਰ ਕੋਲ ਬਹੁਤ ਜ਼ਿਆਦਾ ਟਾਈਮ ਹੁੰਦਾ ਹੈਗਾ, ਕਿਉਂਕਿ ਸਾਰਾ ਕੰਮ ਕੌਣ ਕਰਦੇ ਹੈਗੇ, ਸਬੋਰਡੀਨੇਟਸ ਕਰਦੇ ਹੈਗੇ ਆ, ਤਾਂ ਮੈਨੇਜਰਸ ਕੋਲੋਂ ਉਹ ਮੈਨੇਜਰਸ ਜਿਹੜੇ ਹੈਗੇ ਆ, ਠੀਕ ਹੈ, ਉਹ ਆਪਣਾ ਧਿਆਨ ਬਹੁਤ ਜ਼ਿਆਦਾ ਇੰਪੋਰਟੈਂਟ